ਵੀ ਸਾਡੀ ਜਿਹੜੀ ਬੋਡੀ ਹੈ ਉਹ ਅਰਬਾਂ ਖਰਬਾਂ ਸੈੱਲਾਂ ਦੇ ਨਾਲ ਬਣੀ ਹੈਗੀ ਹੈ। ਠੀਕ ਹੈ, ਜਿਹਦੇ ਵਿੱਚ ਸੈੱਲ ਜਿਹੜੇ ਸਾਡੇ WBC RBC ਪਲੇਟਲੇਟ ਕਾਫੀ ਤਰ੍ਹਾਂ ਦੇ ਸੈੱਲ ਹੁੰਦੇ ਹਨ, ਜਿਹਦੇ ਵਿੱਚ ਜਿਹੜੇ WBC ਸੈੱਲ ਹੈ ਉਹ ਸਾਡੇ ਇੱਕ ਰੱਖਿਅਕ ਸੈੱਲ ਹਨ, ਬੋਡੀ ਦੀ ਰੱਖਿਆ ਕਰਦੇ ਹਨ। ਜਦੋਂ DNA ਦੀ ਖਰਾਬੀ ਜਾਂ ਹੋਰ ਕਿਸੇ ਚੇਂਜਸ ਕਰਕੇ ਉਹ ਜਿਹੜੇ ਸੈੱਲ ਹੈ ਉਹ ਆਪਣੇ ਰਸਤੇ ਤੋਂ ਭਟਕ ਜਾਂਦੇ ਹਨ। ਜਿੱਦਾਂ ਕਿ ਇੱਕ ਸੈੱਲ ਦੀ ਲਾਈਫ 100 ਤੋਂ 120 ਦਿਨ ਹੈ, ਉਸ ਤੋਂ ਬਾਅਦ ਉਹ ਸੈੱਲ ਦੀ ਮੌਤ ਹੋ ਜਾਂਦੀ ਹੈ ਤੇ ਨਵਾਂ ਸੈੱਲ ਪ੍ਰੋਡਿਊਸ ਹੋ ਜਾਂਦਾ। ਇਸੇ ਕਰਕੇ ਸਾਡੀ ਸਾਲ ਦਰ ਸਾਲ ਸ਼ਕਲ ਚੇਂਜ ਹੁੰਦੀ ਰਹਿੰਦੀ, ਕਿਉਂਕਿ ਨਵੇਂ ਸੈੱਲ ਆ ਰਹੇ ਆ, ਪੁਰਾਣੇ ਸੈੱਲ ਮਰ ਰਹੇ ਆ। ਕੁਝ ਕਾਰਨਾਂ ਕਰਕੇ ਉਹ ਸੈੱਲ ਮਰਦੇ ਨਹੀਂ ਹੈ, ਉਹ ਫਰਮੈਂਟੇਸ਼ਨ ਦੇ ਨਾਲ ਆਪਣੇ ਆਪ ਨੂੰ ਜਿੰਦਾ ਰੱਖਦੇ ਹੈਗੇ ਆ, ਜਿਹੜੇ ਕਿ ਬਾਅਦ 'ਚੋਂ ਇੱਕ ਬੇਢੱਬਾ ਜਿਹਾ ਰੂਪ ਲੈ ਲੈਂਦੇ ਹਨ। ਉਹ ਜਿਹੜੇ ਕਿ ਜਾ ਕੇ ਫਿਰ ਇੱਕ ਆਪਣਾ ਸਮੂਹ ਦੇ ਵਿੱਚ ਇਕੱਠੇ ਹੋ ਜਾਂਦੇ ਹਨ, ਜਿਸ ਨੂੰ ਕਿ ਇੱਕ ਟਿਊਮਰ ਜਾਂ ਗੱਠ ਦੀ ਰੂਪ ਲੈ ਲੈਂਦਾ ਹੈ। ਉਹਨੂੰ ਅਸੀਂ ਕੈਂਸਰ ਸੈੱਲ ਕਹਿੰਦੇ ਹਾਂ। ਕੈਂਸਰ ਦੇ ਸਭ ਤੋਂ ਪਹਿਲਾਂ ਬੋਡੀ ਸਾਡੇ ਸਿੰਪਟਮ ਦਿੰਦੀ ਹੈਗੀ ਹੈ। ਉਹਦੇ ਵਿੱਚ ਕੀ ਸਿੰਪਟਮ ਆਉਂਦੇ ਹਨ? ਸਭ ਤੋਂ ਪਹਿਲਾਂ ਤਾਂ ਬੋਡੀ ਦੇ ਵਿੱਚ ਸਾਰਾ ਦਿਨ ਥਕਾਵਟ ਜਿਹੀ ਰਹਿੰਦੀ ਹੈ, ਬੋਡੀ ਡੇ ਬਾਈ ਡੇ ਵੀਕ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ, ਤੁਹਾਡੀ ਭੁੱਖ ਘਟਣੀ ਸ਼ੁਰੂ ਹੋ ਜਾਂਦੀ ਹੈ, ਕੋਈ ਬੋਡੀ ਦੇ ਵਿੱਚ ਬਾਹਰੋਂ ਕੋਈ ਗੱਠ ਗਿਲਟੀ ਰਸੌਲੀ ਉਹ ਦਿਖਣੀ ਸ਼ੁਰੂ ਹੋ ਜਾਂਦੀ ਹੈਗੀ ਹੈ, ਜਾਂ ਕਈਆਂ ਨੂੰ ਵੋਮਿਟ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਲਟੀ 'ਚ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਹੈ। ਲੇਡੀਜ਼ ਦੇ ਵਿੱਚ ਪੀਰੀਅਡਸ ਥੋੜ੍ਹੇ ਡਿਸਟਰਬ ਹੋ ਜਾਂਦੇ ਹਨ, ਥੋੜ੍ਹੇ ਆਪਣਾ ਜਿੱਦਾਂ ਕਰੋ ਉਹ ਆਪਣਾ ਪੇਟ ਦੇ ਨਿਚਲੇ ਹਿੱਸੇ 'ਚ ਦਰਦ ਰਹਿੰਦੀ ਹੈਗੀ ਹੈ। ਅਗਰ ਇਹ ਸਿੰਪਟਮ ਆਉਣ ਤਾਂ ਸਾਨੂੰ ਉਹਦੀ ਫੌਰਨ ਜਾਂਚ ਕਰਵਾਉਣੀ ਚਾਹੀਦੀ ਹੈ। ਕੈਂਸਰ ਦੇ ਸੈੱਲ ਸਾਡੇ ਆਪਣੀ ਬੋਡੀ ਦੇ ਹੀ ਵਿਗੜੇ ਹੋਏ ਸੈੱਲ ਹਨ, ਜਿਹੜੇ ਕਿ ਇੱਕ ਰਸਤਾ ਭਟਕ ਗਏ ਹਨ। ਕੀ ਅਸੀਂ ਸਾਡੇ ਮੰਨ ਲਓ ਬੱਚੇ ਹੀ ਹੈ, ਸਾਡੇ ਕੋਈ ਬੱਚਾ ਗਲਤ ਰਸਤੇ ਹੋ ਜਾਏ, ਕੀ ਅਸੀਂ ਉਹਨੂੰ ਗੋਲੀਆਂ ਮਾਰ ਦਿੰਦੇ ਹਾਂ? ਕੀ ਅਸੀਂ ਉੱਤੇ ਬਿਜਲੀਆਂ ਚਲਾ ਦਿੰਦੇ ਹਾਂ? ਅਸੀਂ ਉਹਨੂੰ ਸਮਝਾ ਕੇ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਵਾਪਸ ਰਸਤੇ ਦੇ ਵਿੱਚ ਲਿਆਉਣਾ ਹੈਗਾ। ਉਸੇ ਤਰ੍ਹਾਂ ਜਿਹੜੇ ਸਾਡੇ ਜਿਸ ਚੀਜ਼ 'ਤੇ ਮੈਂ ਰਿਸਰਚ ਕਰ ਰਿਹਾ ਹੈਗਾ, ਮੈਂ ਜਿਸ ਚੀਜ਼ 'ਤੇ ਕੰਮ ਕਰਦਾ ਤੇ ਮੈਂ ਬਹੁਤ ਪੇਸ਼ੈਂਟਾਂ ਨੂੰ ਵਾਪਸੀ ਦੇ ਵੱਲ ਲਿਆਂਦਾ ਹੈਗਾ। ਜਦੋਂ ਇੱਕ ਬਹੁਤ ਜ਼ਿਆਦਾ ਮਾਡਰਨ ਸਾਇੰਸ ਦੇ ਵਿੱਚ ਵੀ ਹੈ ਕਿ ਬਹੁਤ ਜ਼ਿਆਦਾ ਤੇਜ਼ ਇੰਜੈਕਸ਼ਨ ਵਗੈਰਾ ਜਾਂ ਹੋਰ ਥੈਰੇਪੀਆਂ ਕਰਕੇ, ਜਿਹਦੇ ਨਾਲ ਦੇਖੋ ਕੈਂਸਰ ਸੈੱਲ ਤਾਂ ਖਤਮ ਹੁੰਦੇ ਹੀ ਹੈ, ਨਾਲ ਜਿਹੜੇ ਨਾਲ ਤੁਸੀਂ ਆਪਣੇ ਚੰਗੇ ਬੱਚੇ ਆ ਉਹ ਵੀ ਤੁਸੀਂ ਆਪਣੇ ਖਰਾਬ ਕਰ ਲਏ, ਚੰਗੇ ਸੈੱਲ ਵੀ ਆਪਣੇ ਖਰਾਬ ਕਰ ਲਏ, ਜਿਹਦੇ ਨਾਲ ਤੁਹਾਡੇ ਘਰ ਯਾਨੀ ਤੁਹਾਡੀ ਬੋਡੀ ਦਾ ਸੱਤਿਆਨਾਸ਼ ਹੋ ਜਾਂਦਾ ਹੈਗਾ ਤੇ ਅਲਟੀਮੇਟਲੀ ਇੱਕ ਟਾਈਮ ਤੋਂ ਬਾਅਦ ਬੋਡੀ ਤੁਹਾਡੀ ਖਤਮ ਹੋ ਜਾਂਦੀ ਹੈਗੀ। ਕੁਝ ਐਸੀ ਵਿਧੀ ਕੀਤੀ ਜਾਵੇ ਜਿਹਦੇ ਨਾਲ ਜਿਹੜੇ ਉਹ ਵਿਗੜ ਚੁੱਕੇ ਆ ਸੈੱਲ ਉਹ ਵਾਪਸ ਆਪਣੇ ਰਸਤੇ ਦੇ ਵਿੱਚ ਆ ਜਾਣ। ਕਿਉਂਕਿ ਜਦੋਂ ਉਹਨਾਂ ਨੇ ਦੇਖੋ ਕੋਈ ਵੀ ਸੈੱਲ ਜਦੋਂ ਆਕਸੀਜਨ ਇਨਟੇਕ, ਹਰੇਕ ਸੈੱਲ ਆਕਸੀਜਨ ਨਾਲ ਜਿੰਦਾ ਹੈਗਾ, 100-120 ਦਿਨਾਂ ਬਾਅਦ ਉਹਨੇ ਆਕਸੀਜਨ ਲੈਣੀ ਬੰਦ ਕਰ ਦਿੰਦੀ ਤੇ ਉਹ ਮਰ ਜਾਂਦਾ ਹੈਗਾ। ਪਰ ਕੁਝ ਸੈੱਲ ਐਸੇ ਹੁੰਦੇ ਹਨ, ਸ਼ਰਾਰਤੀ ਸੈੱਲ ਕਹਿ ਲਓ, ਜਾਂ ਜਿਹੜੇ ਆਪਣੇ ਰਸਤੇ ਤੋਂ ਭਟਕ ਗਏ ਹਨ, ਉਹ ਆਕਸੀਜਨ ਦੀ ਜਗ੍ਹਾ 'ਤੇ ਖਮੀਰੀਕਰਨ ਫਰਮੈਂਟੇਸ਼ਨ ਨਾਲ ਆਪਣੇ ਆਪ ਨੂੰ ਜਿੰਦਾ ਰੱਖਦੇ ਹਨ ਤੇ ਉਹ ਗਲਤ ਰਸਤੇ ਪੈ ਜਾਂਦੇ ਹਨ। ਤੇ ਸਾਡੇ ਕੋਲ ਕੁਝ ਐਸੇ ਨੁਸਖੇ, ਕੁਝ ਦਵਾਈਆਂ ਹੈ ਜਿਹਦੇ ਨਾਲ ਉਹ ਆਕਸੀਜਨ ਲੈਣ ਲਈ ਮਜਬੂਰ ਹੁੰਦੇ ਹਨ। ਜਦੋਂ ਆਕਸੀਜਨ ਲੈਣੀ ਸ਼ੁਰੂ ਕਰ ਦਿੰਦੇ ਹਨ ਤੇ ਉਹ ਵਾਪਸ ਉਹਨਾਂ ਦਾ ਸਾਈਜ਼ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਣੇ ਰਸਤੇ ਉਹ ਵਾਪਸ ਆ ਜਾਂਦੇ ਹਨ ਤੇ ਨਾਰਮਲ ਸੈੱਲ ਦੇ ਵਿੱਚ ਕਨਵਰਟ ਹੋ ਜਾਂਦੇ ਹਨ। ਹਾਂਜੀ, ਇਮਲੀ ਵਾਲੇ ਨੁਸਖੇ ਦੇ ਨਾਲ ਬਹੁਤ ਲੋਕਾਂ ਨੂੰ ਫਾਇਦਾ ਮਿਲਿਆ, ਜਿਹਦਾ ਕਿ ਮੈਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਹੋ ਰਹੀ ਹੈ। ਤੇ ਉਹਦੇ ਨਾਲ ਹੀ ਜਿੱਦਾਂ ਸ਼ੂਗਰ ਦੇ ਬਾਰੇ ਅਸੀਂ ਵੀਡੀਓ ਕੀਤੀ ਸੀ, ਤੇ ਸ਼ੂਗਰ ਦੇ ਮਰੀਜ਼ ਵੀ ਬਹੁਤ ਜ਼ਿਆਦਾ, ਖਾਸ ਕਰ ਵਿਦੇਸ਼ਾਂ ਦੇ ਵਿੱਚੋਂ ਲੋਕ ਹੀ ਬਹੁਤ ਅੱਛਾ ਇਹਦਾ ਬੈਨੀਫਿਟ ਲੈ ਰਹੇ ਨੇ। ਅੱਛਾ ਡਾਕਟਰ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਕੈਂਸਰ ਦੇ ਉੱਤੇ ਤੁਹਾਡਾ ਆਪਣਾ ਇੱਕ ਵੱਖਰਾ ਪ੍ਰੋਸਪੈਕਟ ਹੈਗਾ। ਮੈਨੂੰ ਇਹ ਦੱਸੋ ਵੀ ਕੈਂਸਰ ਹੁੰਦਾ ਕਿਉਂ ਹੈ ਜੀ? ਦੇਖੋ ਫਰੂਕੀ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਚੀਜ਼ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਕੈਂਸਰ ਹੈ ਕੀ ਹੈ। ਆਮ ਤੌਰ 'ਤੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਕੈਂਸਰ ਹੈ ਕੀ ਹੈ। ਦੇਖੋ, ਕੈਂਸਰ ਇੱਕ ਤਰ੍ਹਾਂ ਦੀ ਸਾਡੇ ਸਰੀਰ ਵੱਲੋਂ ਹੀ ਅਬਨੋਰਮਲ ਸੈੱਲ ਦੀ ਗਰੋਥ, ਯਾਨੀ ਕਿ ਇੱਕ ਬੇਢੰਗੇ ਸੈੱਲਾਂ ਦੀ ਗਰੋਥ ਸਾਡੀ ਬੋਡੀ ਹੀ ਕਰਦੀ ਹੈਗੀ ਹੈ, ਜਿਹੜੇ ਕਿ ਬਾਅਦ 'ਚੋਂ ਇੱਕ ਗੱਠ ਦਾ ਰੂਪ ਸ਼ਕਲ ਲੈ ਲੈਂਦੇ ਨੇ, ਜਿਹਨੂੰ ਕੈਂਸਰ ਕਹਿੰਦੇ ਹਨ ਜੀ। ਤੇ ਪਰ ਸਾਡੇ ਮੁਤਾਬਕ ਤੇ ਕੈਂਸਰ ਤੇ ਮੌਤ ਦੋਵੇਂ ਇੱਕੋ ਹੀ ਸ਼ਬਦ ਨੇ ਜੀ ਆਮ ਲੋਕਾਂ ਲਈ। ਤਾਂ ਦੇਖੋ, ਮੈਂ ਤੁਹਾਨੂੰ ਇਹਦਾ ਥੋੜ੍ਹਾ ਡਿਟੇਲ ਦੇ ਵਿੱਚ ਦੱਸਾਂ ਵੀ ਸਾਡੀ ਜਿਹੜੀ ਬੋਡੀ ਹੈ ਉਹ ਅਰਬਾਂ ਖਰਬਾਂ ਸੈੱਲਾਂ ਦੇ ਨਾਲ ਬਣੀ ਹੈਗੀ ਹੈ। ਠੀਕ ਹੈ, ਜਿਹਦੇ ਵਿੱਚ ਸੈੱਲ ਜਿਹੜੇ ਸਾਡੇ WBC RBC ਪਲੇਟਲੇਟ ਕਾਫੀ ਤਰ੍ਹਾਂ ਦੇ ਸੈੱਲ ਹੁੰਦੇ ਹਨ, ਜਿਹਦੇ ਵਿੱਚ ਜਿਹੜੇ WBC ਸੈੱਲ ਹੈ ਉਹ ਸਾਡੇ ਇੱਕ ਰੱਖਿਅਕ ਸੈੱਲ ਹਨ, ਬੋਡੀ ਦੀ ਰੱਖਿਆ ਕਰਦੇ ਹਨ। ਠੀਕ ਹੈ, ਉਹਨਾਂ ਨੂੰ ਫੌਜੀ ਸੈੱਲ ਵੀ ਕਹਿ ਸਕਦੇ ਹੈਗੇ ਆ। ਜਦੋਂ DNA ਦੀ ਖਰਾਬੀ ਜਾਂ ਹੋਰ ਕਿਸੇ ਚੇਂਜਸ ਕਰਕੇ ਉਹ ਜਿਹੜੇ ਸੈੱਲ ਹੈ ਉਹ ਆਪਣੇ ਰਸਤੇ ਤੋਂ ਭਟਕ ਜਾਂਦੇ ਹਨ। ਜਿੱਦਾਂ ਕਿ ਇੱਕ ਸੈੱਲ ਦੀ ਲਾਈਫ 100 ਤੋਂ 120 ਦਿਨ ਹੈ,
ਉਸ ਤੋਂ ਬਾਅਦ ਉਹ ਸੈੱਲ ਦੀ ਮੌਤ ਹੋ ਜਾਂਦੀ ਹੈ ਤੇ ਨਵਾਂ ਸੈੱਲ ਪ੍ਰੋਡਿਊਸ ਹੋ ਜਾਂਦਾ। ਇਸੇ ਕਰਕੇ ਸਾਡੀ ਸਾਲ ਦਰ ਸਾਲ ਸ਼ਕਲ ਚੇਂਜ ਹੁੰਦੀ ਰਹਿੰਦੀ, ਕਿਉਂਕਿ ਨਵੇਂ ਸੈੱਲ ਆ ਰਹੇ ਆ, ਪੁਰਾਣੇ ਸੈੱਲ ਮਰ ਰਹੇ ਆ। ਪਰ ਕੁਝ ਕਾਰਨਾਂ ਕਰਕੇ ਉਹ ਸੈੱਲ ਮਰਦੇ ਨਹੀਂ ਹੈ, ਉਹ ਫਰਮੈਂਟੇਸ਼ਨ ਦੇ ਨਾਲ ਆਪਣੇ ਆਪ ਨੂੰ ਜਿੰਦਾ ਰੱਖਦੇ ਹੈਗੇ ਆ, ਜਿਹੜੇ ਕਿ ਬਾਅਦ 'ਚੋਂ ਇੱਕ ਆਪਣਾ ਬੇਢੱਬਾ ਜਿਹਾ ਰੂਪ ਲੈ ਲੈਂਦੇ ਹਨ। ਉਹ ਜਿਹੜੇ ਕਿ ਜਾ ਕੇ ਫਿਰ ਇੱਕ ਆਪਣਾ ਸਮੂਹ ਦੇ ਵਿੱਚ ਇਕੱਠੇ ਹੋ ਜਾਂਦੇ ਹਨ, ਜਿਸ ਨੂੰ ਕਿ ਇੱਕ ਟਿਊਮਰ ਜਾਂ ਗੱਠ ਦੀ ਰੂਪ ਲੈ ਲੈਂਦੇ ਆ, ਉਹਨੂੰ ਅਸੀਂ ਕੈਂਸਰ ਸੈੱਲ ਕਹਿੰਦੇ ਹਾਂ ਜੀ। ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਕੈਂਸਰ ਹੁੰਦਾ ਕੀ ਹੈ। ਤੁਸੀਂ ਕਹਿ ਰਹੇ ਵੀ ਜਦੋਂ ਵਿਗੜ ਜੇ ਕੋਈ ਸੈੱਲ ਸਾਡੇ ਵਿਗੜ ਜਾਣ, ਆਪਣੇ ਰਾਹ ਤੋਂ ਭਟਕ ਜਾਣ ਤਾਂ ਕੈਂਸਰ ਹੋ ਜਾਂਦਾ। ਤੇ ਕੈਂਸਰ ਜਿਨ੍ਹਾਂ ਨੂੰ ਹੁੰਦਾ ਹੈ ਜਾਂ ਕੈਂਸਰ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਹੈ, ਜਾਂ ਅਸੀਂ ਕਿਸੇ ਨੂੰ ਆਇਡੈਂਟੀਫਾਈ ਕਰਨਾ ਹੈ ਬਹੁਤ ਮੁੱਢਲੇ ਵੇਲੇ, ਸ਼ੁਰੂਆਤੀ ਵੇਲੇ, ਉਹਦੇ ਲੱਛਣ ਕੀ ਹੁੰਦੇ ਨੇ ਤੁਹਾਡੇ ਮੁਤਾਬਕ? ਜੀ ਦੇਖੋ, ਕੈਂਸਰ ਦੇ ਸਭ ਤੋਂ ਪਹਿਲਾਂ ਬੋਡੀ ਸਾਡੇ ਸਿੰਪਟਮ ਦਿੰਦੀ ਹੈਗੀ ਹੈ। ਉਹਦੇ ਵਿੱਚ ਕੀ ਕੀ ਸਿੰਪਟਮ ਆਉਂਦੇ ਹਨ? ਸਭ ਤੋਂ ਪਹਿਲਾਂ ਤਾਂ ਬੋਡੀ ਦੇ ਵਿੱਚ ਸਾਰਾ ਦਿਨ ਥਕਾਵਟ ਜਿਹੀ ਰਹਿੰਦੀ ਹੈ, ਬੋਡੀ ਡੇ ਬਾਈ ਡੇ ਵੀਕ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ, ਤੁਹਾਡੀ ਭੁੱਖ ਘਟਣੀ ਸ਼ੁਰੂ ਹੋ ਜਾਂਦੀ ਹੈ, ਕੋਈ ਬੋਡੀ ਦੇ ਵਿੱਚ ਬਾਹਰੋਂ ਕੋਈ ਗੱਠ, ਗਿਲਟੀ, ਰਸੌਲੀ ਉਹ ਦਿਖਣੀ ਸ਼ੁਰੂ ਹੋ ਜਾਂਦੀ ਹੈਗੀ ਹੈ, ਜਾਂ ਕਈਆਂ ਨੂੰ ਵੋਮਿਟ, ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਲਟੀ 'ਚ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਹੈ। ਲੇਡੀਜ਼ ਦੇ ਵਿੱਚ ਪੀਰੀਅਡਸ ਥੋੜ੍ਹੇ ਡਿਸਟਰਬ ਹੋ ਜਾਂਦੇ ਹਨ, ਥੋੜ੍ਹੇ ਆਪਣਾ ਜਿੱਦਾਂ ਕਰੋ ਉਹ ਆਪਣਾ ਪੇਟ ਦੇ ਨਿਚਲੇ ਹਿੱਸੇ 'ਚ ਦਰਦ ਰਹਿੰਦੀ ਹੈਗੀ ਹੈ। ਅਗਰ ਇਹ ਸਿੰਪਟਮ ਆਉਣ ਤਾਂ ਸਾਨੂੰ ਉਹਦੀ ਫੌਰਨ ਜਾਂਚ ਕਰਵਾਉਣੀ ਚਾਹੀਦੀ ਹੈ, ਜਿਹਦੇ ਲਈ ਕੁਝ ਟੈਸਟ ਹੁੰਦੇ ਹਨ, ਲੈਬੋਰਟਰੀ ਟੈਸਟ, ਜਿਨ੍ਹਾਂ ਵਿੱਚੋਂ ਜਾਂ ਫਿਰ MRI, CT, ਇਹਨਾਂ ਚੀਜ਼ਾਂ ਨਾਲ ਸਾਨੂੰ ਪੂਰਾ ਇੱਕ ਪੈਟ ਸਕੈਨ ਹੁੰਦੀ ਹੈਗੀ ਹੈ, ਜਿਹਦੇ ਪੈਟ CT ਸਕੈਨ ਕਹਿੰਦੇ ਆ, ਜਿਹਦੇ ਨਾਲ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਅਗਰ ਬੋਡੀ 'ਚ ਕੈਂਸਰ ਹੈ ਤੇ ਕਿੰਨਾ ਹੈ ਤੇ ਕਿੱਥੇ ਤੱਕ ਸਪਰੈਡ ਹੋ ਚੁੱਕਿਆ ਹੈ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਕੈਂਸਰ ਦੀ ਕੇਅਰ ਕਰਨਾ ਬੜੀ ਆਸਾਨ ਹੈ, ਪਰ ਇੱਥੇ ਤਾਂ ਜੀ ਪਰਿਵਾਰ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਇੱਥੇ ਤਾਂ ਇੰਡੀਆ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਗਰੀਬ ਹੋਣ ਵਾਸਤੇ ਸਿਰਫ ਇੱਕ ਬਿਮਾਰੀ ਬਹੁਤ ਹੈ। ਹਜ਼ਾਰਾਂ ਲੱਖਾਂ ਰੁਪਏ ਪਰਿਵਾਰਾਂ ਦੇ ਬਰਬਾਦ ਹੋ ਜਾਂਦੇ ਨੇ, ਮਾਨਸਿਕ ਪਰੇਸ਼ਾਨੀ ਅੱਡ, ਸਰੀਰਕ ਪਰੇਸ਼ਾਨੀ, ਆਉਣ ਜਾਣ ਦੀ ਖੱਜਲ ਖੁਆਰੀ ਅੱਡ, ਤੇ ਪੈਸੇ ਦੀ ਬਰਬਾਦੀ ਅੱਡ। ਇਹ ਤਾਂ ਬੜਾ, ਤੁਸੀਂ ਕਹਿ ਰਹੇ ਹੋ ਕਿ ਇਹ ਕੋਈ ਬਿਮਾਰੀ ਹੀ ਹੈ ਨਹੀਂ। ਦੇਖੋ, ਕੈਂਸਰ ਦੇ ਸੈੱਲ ਸਾਡੇ ਆਪਣੀ ਬੋਡੀ ਦੇ ਹੀ ਵਿਗੜੇ ਹੋਏ ਸੈੱਲ ਹਨ, ਜਿਹੜੇ ਕਿ ਇੱਕ ਰਸਤਾ ਭਟਕ ਗਏ ਹਨ। ਕੀ ਅਸੀਂ ਸਾਡੇ ਮੰਨ ਲਓ ਬੱਚੇ ਹੀ ਹੈ, ਸਾਡੇ ਕੋਈ ਬੱਚਾ ਗਲਤ ਰਸਤੇ ਹੋ ਜਾਏ, ਕੀ ਅਸੀਂ ਉਹਨੂੰ ਗੋਲੀਆਂ ਮਾਰ ਦਿੰਦੇ ਹਾਂ? ਕੀ ਅਸੀਂ ਉੱਤੇ ਬਿਜਲੀਆਂ ਚਲਾ ਦਿੰਦੇ ਹਾਂ? ਅਸੀਂ ਉਹਨੂੰ ਸਮਝਾ ਕੇ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਵਾਪਸ ਰਸਤੇ ਦੇ ਵਿੱਚ ਲਿਆਉਣਾ ਹੈਗਾ। ਉਸੇ ਤਰ੍ਹਾਂ ਜਿਹੜੇ ਸਾਡੇ ਜਿਸ ਚੀਜ਼ 'ਤੇ ਮੈਂ ਰਿਸਰਚ ਕਰ ਰਿਹਾ ਹੈਗਾ, ਮੈਂ ਜਿਸ ਚੀਜ਼ 'ਤੇ ਕੰਮ ਕਰਦਾ, ਅਤੇ ਮੈਂ ਬਹੁਤ ਪੇਸ਼ੈਂਟਾਂ ਨੂੰ ਵਾਪਸੀ ਦੇ ਵੱਲ ਲਿਆਂਦਾ ਹੈਗਾ। ਦੇਖੋ, ਜਦੋਂ ਇੱਕ ਬਹੁਤ ਜ਼ਿਆਦਾ ਮਾਡਰਨ ਸਾਇੰਸ ਦੇ ਵਿੱਚ ਵੀ ਹੈ ਕਿ ਬਹੁਤ ਜ਼ਿਆਦਾ ਤੇਜ਼ ਇੰਜੈਕਸ਼ਨ ਵਗੈਰਾ ਜਾਂ ਹੋਰ ਥੈਰੇਪੀਆਂ ਕਰਕੇ, ਜਿਹਦੇ ਨਾਲ ਦੇਖੋ ਕੈਂਸਰ ਸੈੱਲ ਤਾਂ ਖਤਮ ਹੁੰਦੇ ਹੀ ਹੈ, ਨਾਲ ਜਿਹੜੇ ਨਾਲ ਤੁਸੀਂ ਆਪਣੇ ਚੰਗੇ ਬੱਚੇ ਆ ਉਹ ਵੀ ਤੁਸੀਂ ਆਪਣੇ ਖਰਾਬ ਕਰ ਲਏ, ਚੰਗੇ ਸੈੱਲ ਵੀ ਆਪਣੇ ਖਰਾਬ ਕਰ ਲਏ, ਜਿਹਦੇ ਨਾਲ ਤੁਹਾਡੇ ਘਰ ਯਾਨੀ ਤੁਹਾਡੀ ਬੋਡੀ ਦਾ ਸੱਤਿਆਨਾਸ਼ ਹੋ ਜਾਂਦਾ ਹੈਗਾ, ਅਤੇ ਅਲਟੀਮੇਟਲੀ ਇੱਕ ਟਾਈਮ ਤੋਂ ਬਾਅਦ ਬੋਡੀ ਤੁਹਾਡੀ ਖਤਮ ਹੋ ਜਾਂਦੀ ਹੈਗੀ ਹੈ। ਤਾਂ ਕਿਉਂ ਨਾ ਕੁਛ ਐਸੀ ਵਿਧੀ ਕੀਤੀ ਜਾਵੇ ਜਿਹਦੇ ਨਾਲ ਜਿਹੜੇ ਉਹ ਵਿਗੜ ਚੁੱਕੇ ਆ ਸੈੱਲ, ਉਹ ਵਾਪਸ ਆਪਣੇ ਰਸਤੇ ਦੇ ਵਿੱਚ ਆ ਜਾਣ। ਕਿਉਂਕਿ ਜਦੋਂ ਉਹਨਾਂ ਨੇ, ਦੇਖੋ ਕੋਈ ਵੀ ਸੈੱਲ ਜਦੋਂ ਆਕਸੀਜਨ ਇਨਟੇਕ, ਹਰੇਕ ਸੈੱਲ ਆਕਸੀਜਨ ਨਾਲ ਜੀਂਦਾ ਹੈਗਾ, 100-120 ਦਿਨਾਂ ਬਾਅਦ ਉਹਨੇ ਆਕਸੀਜਨ ਲੈਣੀ ਬੰਦ ਕਰ ਦਿੰਦੀ ਤਾਂ ਉਹ ਮਰ ਜਾਂਦਾ ਹੈਗਾ। ਪਰ ਕੁਝ ਸੈੱਲ ਐਸੇ ਹੁੰਦੇ ਹਨ, ਸ਼ਰਾਰਤੀ ਸੈੱਲ ਕਹਿ ਲਓ, ਜਾਂ ਜਿਹੜੇ ਆਪਣੇ ਰਸਤੇ ਤੋਂ ਭਟਕ ਗਏ ਹਨ, ਉਹ ਆਕਸੀਜਨ ਦੀ ਜਗ੍ਹਾ 'ਤੇ ਖਮੀਰੀਕਰਨ, ਫਰਮੈਂਟੇਸ਼ਨ ਨਾਲ ਆਪਣੇ ਆਪ ਨੂੰ ਜਿੰਦਾ ਰੱਖਦੇ ਹਨ, ਅਤੇ ਉਹ ਗਲਤ ਰਸਤੇ ਪੈ ਜਾਂਦੇ ਹਨ। ਅਤੇ ਸਾਡੇ ਕੋਲ ਕੁਝ ਐਸੇ ਨੁਸਖੇ, ਕੁਝ ਦਵਾਈਆਂ ਹੈ ਜਿਹਦੇ ਨਾਲ ਉਹ ਆਕਸੀਜਨ ਲੈਣ ਲਈ ਮਜਬੂਰ ਹੁੰਦੇ ਹਨ। ਜਦੋਂ ਆਕਸੀਜਨ ਲੈਣੀ ਸ਼ੁਰੂ ਕਰ ਦਿੰਦੇ ਹਨ ਤੇ ਉਹ ਵਾਪਸ ਆਪਣੇ, ਉਹਨਾਂ ਦਾ ਸਾਈਜ਼ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਣੇ ਰਸਤੇ ਉਹ ਵਾਪਸ ਆ ਜਾਂਦੇ ਹਨ ਤੇ ਨਾਰਮਲ ਸੈੱਲ ਦੇ ਵਿੱਚ ਕਨਵਰਟ ਹੋ ਜਾਂਦੇ ਹਨ। ਅੱਛਾ, ਇੱਕ ਗੱਲ ਮੈਂ ਬੜੀ ਇਮਾਨਦਾਰੀ ਨਾਲ ਤੁਹਾਡੇ ਕੋਲੋਂ ਚਾਹਾਂਗਾ ਇਹਦਾ ਜਵਾਬ, ਕੈਂਸਰ ਦਾ ਇਲਾਜ ਹੈ? ਦੇਖੋ, ਆਮ ਤੌਰ ਤੇ ਪੇਸ਼ੈਂਟ ਸਾਡੇ ਕੋਲ ਉਦੋਂ ਹੀ ਆਉਂਦਾ ਹੈ, ਹਰੇਕ ਨੂੰ ਪਤਾ ਹੈ ਵੀ 8 ਸਾਲ ਹੋ ਗਏ, 5 ਸਾਲ ਹੋ ਗਏ, ਇੱਥੇ ਗੱਠ ਗਿਲਟੀ ਹੈਗੀ ਹੈ, ਕਦੇ ਉਹਨੇ ਡਾਇਗਨੋਜ਼ ਨਹੀਂ ਕਰਵਾਉਣਾ। ਪੇਟ ਦੇ ਵਿੱਚ ਦਰਦ ਰਹਿ ਰਹੀ ਹੈਗੀ ਹੈ, ਪੇਟ ਦੇ ਵਿੱਚ, ਕਦੇ ਉਹਨੂੰ ਚੈੱਕਅਪ ਨਹੀਂ ਕਰਵਾਉਣੀ ਹੈ। ਦੇਖੋ, ਕੈਂਸਰ ਇੱਕ ਦਿਨ 'ਚ ਨਹੀਂ ਬਣਦਾ ਹੈਗਾ, ਪਹਿਲਾਂ ਉਹਦੇ ਸਿੰਪਟਮ ਆਉਂਦੇ। ਕੈਂਸਰ ਦੀਆਂ 4 ਸਟੇਜਸ ਹੁੰਦੀਆਂ ਹੈਗੀਆਂ। ਜਦੋਂ ਪਹਿਲੀ ਸਟੇਜ ਹੁੰਦੀ ਹੈ, ਉਦੋਂ ਕੈਂਸਰ ਜਸਟ ਇੱਕ ਛੋਟੇ ਰੂਪ ਦੇ ਵਿੱਚ ਸਾਡੀ ਬੋਡੀ ਦੇ ਵਿੱਚ ਹੁੰਦਾ ਹੈ, ਠੀਕ ਹੈ ਨਾ। ਜਿਹੜੀ ਸੈਕੰਡ ਤੇ ਥਰਡ ਸਟੇਜ ਹੈਗੀ ਹੈ, ਉਸ ਦੇ ਵਿੱਚ ਕੀ ਹੁੰਦਾ, ਕੈਂਸਰ ਦੀ ਗਰੋਇੰਗ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਜਦੋਂ 4th ਸਟੇਜ ਹੁੰਦੀ ਹੈਗੀ ਹੈ, ਉਦੋਂ ਉਹ ਫਿਰ ਫੈਲਣ ਦੀ ਸਟੇਜ, ਜਿਹਨੂੰ ਮੈਟਾਸਟੈਟਿਕ ਕਹਿੰਦੇ ਹੈਗੇ ਆ, ਜਦੋਂ ਉਹਨੇ ਫੈਲਣਾ ਸ਼ੁਰੂ ਕਰ ਦਿੰਦਾ, ਫਿਰ ਉਹਨੇ ਨਹੀਂ ਦੇਖਣਾ,
ਉਹਨੇ ਲਿਵਰ 'ਚ ਐਂਟਰ ਕਰ ਜਾਣਾ, ਉਹਨੇ ਤੁਹਾਡੀ ਸਿਸਟ ਆਪਣਾ ਬੋਡੀ ਦੇ ਵਿੱਚ ਹਰੇਕ ਆਰਗਨ 'ਚ ਐਂਟਰ ਕਰਕੇ ਉਹਦੇ ਵਿੱਚ ਰੁਕਾਵਟ ਕਰਨੀ ਹੈ। ਇਸੇ ਕਰਕੇ ਫਿਰ ਪੇਸ਼ੈਂਟ ਦੀ ਉਹਨਾਂ ਕਾਰਨਾਂ ਕਰਕੇ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈਗੀ ਹੈ। ਅਤੇ ਪੇਸ਼ੈਂਟ ਆਮ ਤੌਰ 'ਤੇ ਪਹੁੰਚਦਾ ਹੀ ਉਦੋਂ ਹੈ ਜਦੋਂ 4th ਸਟੇਜ 'ਤੇ ਹੋ ਗਿਆ ਹੋਵੇ। ਅਗਰ ਸਾਡੇ ਕੋਲ ਇਨੀਸ਼ੀਅਲੀ ਸਟੇਜ ਦੇ ਵਿੱਚ ਪੇਸ਼ੈਂਟ ਆਉਂਦਾ ਹੈਗਾ, ਉਹਨੂੰ ਕੋਈ ਸਮੱਸਿਆ ਹੈਗੀ ਹੈ, ਦੇਖੋ ਕੈਂਸਰ ਨੂੰ ਕਦੇ ਛੋਟੀ ਬਿਮਾਰੀ ਨਾ ਸਮਝੋ। ਅਗਰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਹੈ, ਹਰੇਕ ਜਗ੍ਹਾ ਸੈਂਟਰ ਬਣੇ ਹੋਏ ਨੇ, ਤੁਸੀਂ ਆਪਣਾ ਡਾਇਗਨੋਜ਼ ਕਰਾਓ। ਕੁਝ ਟੈਸਟ ਹੁੰਦੇ ਹੈਗੇ, ਉਹ ਦੇਖ ਕੇ ਹਰੇਕ ਬੰਦਾ ਉਹਨੂੰ ਡਾਇਗਨੋਜ਼ ਕਰ ਸਕਦਾ ਹੈ। ਅਗਰ ਪ੍ਰਾਇਮਰੀ ਸਟੇਜ 'ਤੇ ਉਹਨੂੰ ਡਾਇਗਨੋਜ਼ ਕੀਤਾ ਜਾਵੇ ਤਾਂ ਉਹਦੀ ਬਹੁਤ ਵਧੀਆ ਵਾਪਸੀ ਹੈ। ਈਵਨ ਸਾਡੇ ਕੋਲ ਪੇਸ਼ੈਂਟ ਉਹੀ ਆਉਂਦੇ ਆ ਵੀ ਜਿਹੜੇ ਇਲਾਜ ਕਰਾ ਕੇ ਥੱਕ ਚੁੱਕੇ ਆ, ਅੱਕ ਚੁੱਕੇ ਆ, ਪੈਸੇ ਖਤਮ ਹੋ ਗਏ ਉਹਨਾਂ ਦੇ। ਵੱਡੇ ਹਸਪਤਾਲਾਂ 'ਚ ਰੋਜ਼ ਦਾ 1-1 ਲੱਖ ਰੁਪਈਆ, 50-50 ਹਜ਼ਾਰ ਰੁਪਈਆ ਰੋਜ਼ ਦਾ ਖਰਚਾ ਆਉਂਦਾ ਹੈ। ਜਦੋਂ ਪੇਸ਼ੈਂਟ ਕੋਲ ਪਤਾ ਵੀ ਹੁਣ ਪੈਸੇ ਵੀ ਮੁੱਕ ਗਏ ਆ, ਫਿਰ ਉਹਨਾਂ ਨੇ ਸਾਨੂੰ ਅਪਰੋਚ ਕਰਨਾ। ਉਹਦੇ ਬਾਵਜੂਦ ਵੀ ਅਸੀਂ ਪੇਸ਼ੈਂਟ ਨੂੰ ਕਹਿ ਦਿੰਦੇ ਹੁਣ ਪੇਸ਼ੈਂਟ ਬਿਲਕੁਲ ਤੁਹਾਡੇ ਲਾਸਟ ਸਟੇਜ 'ਤੇ ਹੈ, ਪਰ ਜਿੰਨੀ ਵੀ ਇਹਦੀ ਲਾਈਫ ਹੈਗੀ ਹੈ ਉਹ ਇੱਕ ਬੜੀ ਪੇਨਲੈਸ ਅਤੇ ਇੱਕ ਠੀਕ ਲਾਈਫ ਹੋਏਗੀ। ਬਾਕੀ ਜ਼ਿੰਦਗੀ ਤਾਂ ਪਰਮਾਤਮਾ ਦੇ ਹੱਥ ਦੇ ਉੱਪਰ ਹੈ, ਪਰ ਫਿਰ ਵੀ ਸਾਡੇ ਪੇਸ਼ੈਂਟ ਕਾਫੀ ਦੇਰ ਤੱਕ ਸਰਵਾਈਵ ਕੀਤੇ ਹੈ ਅਤੇ ਹਲੇ ਤੱਕ ਵੀ ਚੱਲ ਰਹੇ ਹੈਗੇ ਆ। ਅੱਛਾ, ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ। ਕੈਂਸਰ ਪੇਸ਼ੈਂਟ ਨੂੰ ਦਿੱਕਤ ਇਹ ਹੁੰਦੀ ਹੈ ਕਿ ਸਰੀਰ ਦੇ ਵਿੱਚ ਦਰਦਾਂ ਬਹੁਤ ਤੇਜ਼ ਹੁੰਦੀਆਂ ਨੇ, ਅਸਹਿਨ ਹੁੰਦੀਆਂ ਨੇ, ਜਿਸ ਕਰਕੇ ਪਰਿਵਾਰ ਵੀ ਪਰੇਸ਼ਾਨ ਰਹਿੰਦਾ ਹੈ। ਜਿਹੜੇ 4th ਸਟੇਜ ਵਾਲੇ ਆ, ਆਖਰੀ ਜਿਨ੍ਹਾਂ ਨੂੰ ਕਹਿਤਾ ਜੀ ਹੁਣ ਤੁਸੀਂ ਘਰ ਜਾ ਕੇ ਸੇਵਾ ਕਰ ਲਓ, ਉਹਨਾਂ ਦੇ ਦਰਦ ਘਟਾਏ ਜਾ ਸਕਦੇ ਨੇ। ਕਿਉਂਕਿ ਲਾਸਟ ਸਟੇਜ ਦੇ ਵਿੱਚ ਆ ਕੇ ਖਾਣਾ ਪੀਣਾ ਵੀ ਛੱਡ ਜਾਂਦਾ ਹੈ। ਕੈਂਸਰ ਨਾਲੋਂ ਵੱਡੀ ਸਿਰਦਰਦੀ ਪੇਸ਼ੈਂਟ ਨੂੰ ਖਿਲਾਉਣਾ ਹੋ ਜਾਂਦਾ ਹੈ। ਜੀ ਦੇਖੋ, ਜਦੋਂ ਕੈਂਸਰ ਉਦੋਂ ਹੀ ਹੁੰਦਾ ਹੈਗਾ ਜਦੋਂ ਸਾਡਾ ਬੋਡੀ, ਜਦੋਂ ਕੈਂਸਰ ਸੈੱਲ ਹੈ ਨਾ ਜਿਹੜੇ, ਉਹਨਾਂ ਦੇ ਨਾਲ ਤੁਹਾਡਾ ਬੋਡੀ ਦਾ pH ਲੈਵਲ ਬਹੁਤ ਜ਼ਿਆਦਾ ਡਾਊਨ ਹੋ ਜਾਂਦਾ। ਬੋਡੀ ਥੋੜੀ ਐਸਿਡਿਕ ਹੋ ਜਾਂਦੀ, ਤੇਜ਼ਾਬੀ ਹੋ ਜਾਂਦੀ ਹੈ। ਤੁਹਾਡਾ pH 2-2.5 ਤੱਕ ਰਹਿ ਜਾਂਦਾ ਹੈਗਾ। ਮਤਲਬ ਜੇ ਤੇਜ਼ਾਬ ਤੇ ਗੈਸ ਬਣਦਾ ਉਹਦੇ ਨਾਲ ਵੀ ਕੈਂਸਰ ਹੋ ਸਕਦਾ ਜੀ? ਹਾਂਜੀ, ਬਿਲਕੁਲ ਹੋ ਸਕਦਾ। ਨਹੀਂ, ਜਿਹੜਾ ਕੈਂਸਰ ਦਾ ਪੇਸ਼ੈਂਟ ਹੈਗਾ ਨਾ, ਉਹਦਾ pH ਲੈਵਲ ਬਹੁਤ ਜ਼ਿਆਦਾ ਡਾਊਨ ਹੋ ਜਾਂਦਾ। ਉਹ ਕੀ ਹੁੰਦਾ ਜੀ? pH ਲੈਵਲ ਬੋਡੀ ਦਾ, ਯਾਨੀ ਕਿ ਐਸਿਡਿਕ ਲੈਵਲ, ਬੋਡੀ ਐਸਿਡਿਕ ਹੋ ਜਾਂਦੀ ਹੈ। ਮਤਲਬ ਸਾਰੀ ਬੋਡੀ ਤੇਜ਼ਾਬ ਨਹੀਂ ਬਣਦਾ, ਸਾਰੀ ਬੋਡੀ ਤੇਜ਼ਾਬੀ ਹੋ ਜਾਂਦੀ ਹੈ। ਜਿਹਦੇ ਕਰਕੇ ਦੇਖੋ, ਜਿਹੜੇ ਕੈਂਸਰ ਦੇ ਸੈੱਲ ਹੈਗੇ ਆ ਉਹ ਇਟਸੈਲਫ ਬਹੁਤ ਜ਼ਿਆਦਾ ਐਸਿਡ ਪ੍ਰੋਡਿਊਸ ਕਰਦੇ ਹੈਗੇ ਆ। ਜਦੋਂ ਤੱਕ ਉਹਨਾਂ ਨੇ, ਜਿੰਨੀ ਐਸਿਡਿਕ ਸਾਡੀ ਬੋਡੀ ਹੋਊਗੀ ਉਨੀਆਂ ਸਾਡੇ ਦਰਦਾਂ ਹੋਣਗੀਆਂ। ਉਹਨੂੰ ਠੀਕ ਕਰਨ ਦੇ ਲਈ ਅਸੀਂ ਕੁਝ ਹੋਰ ਨੁਸਖੇ ਵੀ ਦੱਸਦੇ ਹਾਂ। ਜੈਸੇ ਹੋਰ ਨਹੀਂ ਬੰਦਾ ਕੁਝ ਕਰ ਸਕਦਾ ਤੇ ਸੋਡੀਅਮ ਬਾਈਕਾਰਬੋਨੇਟ, ਜਿਹਨੂੰ ਬੇਕਿੰਗ ਸੋਡਾ ਕਹਿੰਦੇ ਹੈਗੇ ਆ, ਅੱਧਾ ਚਮਚ ਸਵੇਰੇ ਸ਼ਾਮ ਉਹ ਲੈਂਦੇ ਰਹੋ। ਉਹਨੇ ਤੁਹਾਡੀ ਬੋਡੀ ਨੂੰ ਐਲਕਲਾਈਨ ਕਰਨਾ। ਉਹਦੇ ਨਾਲ ਹੀ ਕੈਂਸਰ ਦੇ ਮਰੀਜ਼ਾਂ ਦੇ ਦਰਦ ਬਹੁਤ ਅੱਛੇ ਢੰਗ ਨਾਲ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਆਪਣੇ ਰਿਸ਼ਤੇਦਾਰ ਦੀ ਗੱਲ ਦੱਸ ਰਹੇ ਸੀ, ਕਹਿੰਦੇ ਵੀ ਤੁਸੀਂ 10 ਸਾਲ ਕਟਾਤੇ ਉਹਨਾਂ ਦੇ, ਕਹਿੰਦੇ ਸੀ ਵੀ ਇਹ ਤੇ ਪਤਾ ਨਹੀਂ 2 ਮਹੀਨੇ ਹੈ, 3 ਮਹੀਨੇ ਹੈ। ਕੀ ਗੱਲ ਦੱਸ ਰਹੇ ਸੀ ਤੁਸੀਂ? ਸਾਡੇ ਇੱਕ ਰਿਸ਼ਤੇਦਾਰ ਸੀਗੇ ਜੀ, ਉਹਨਾਂ ਨੂੰ ਸੀਗਾ ਵੀ ਆਪਣਾ ਇਹ ਕੈਂਸਰ ਦੀ ਸਮੱਸਿਆ ਸੀਗੀ ਯੂਟਰਸ ਦੇ ਵਿੱਚ, ਅਤੇ ਉਹਨਾਂ ਨੂੰ ਸਾਨੂੰ ਲੱਗਦਾ ਸੀਗਾ ਵੀ ਲੈ ਵੀ ਹੁਣ ਫੋਨ ਆ ਗਿਆ ਵੀ ਇਹ ਗਏ, ਹੈ ਨਾ। ਪਰ ਉਹਨਾਂ ਨੇ ਦੇਖਿਆ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਸੀ, ਉਹ ਮਿੱਠਾ ਸੋਡਾ ਲਪਾਉਂਦੇ ਸੀ, ਅੱਧਾ ਚਮਚਾ ਪੀ ਜਾਂਦੇ ਸੀਗੇ। ਉਹ ਇਦਾਂ ਕਰਦੇ ਉਹ ਮੋਰ ਦੈਨ 10 ਇਅਰਸ ਉਹਨਾਂ ਨੇ ਕੱਢੇ। ਬਟ ਉਸ ਤੋਂ ਪੇਨਲੈਸ, ਹਾਂ, ਪੇਨਲੈਸ, ਕੋਈ ਦਰਦ ਨਹੀਂ, ਕੋਈ ਕੁਝ ਨਹੀਂ। ਉਹਨਾਂ ਮਿੱਠਾ ਸੋਡਾ ਬਹੁਤ ਪੀਤਾ। ਮਿੱਠਾ ਸੋਡਾ ਹੈ ਜਿਹੜਾ, ਇਟ ਸੈਲਫ ਇੱਕ ਬਹੁਤ ਵਧੀਆ ਮੈਡੀਸਨ ਹੈ। ਜਿਸ ਬੰਦੇ ਦਾ pH ਲੈਵਲ 7.4 ਤੋਂ ਉੱਪਰ ਹੈਗਾ, ਉਸ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਹੈਗੀ। ਜਦੋਂ ਸਾਡਾ pH ਡਾਊਨ ਹੋਣਾ, ਉਦੋਂ ਸਾਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ। ਕੈਂਸਰ ਦੇ ਪੇਸ਼ੈਂਟ 8-9 ਤੱਕ ਜਿਹਦਾ pH ਹੈਗਾ ਨਾ, ਕਦੇ ਉਹ ਬੰਦੇ ਨੂੰ ਡਾਇਗਨੋਜ਼ ਕੈਂਸਰ ਹੋ ਹੀ ਨਹੀਂ ਸਕਦਾ ਹੈਗਾ। ਜੀ। ਸੋ ਇਹ ਤੁਸੀਂ ਤਸਵੀਰਾਂ ਦੇਖੋ, ਇੱਥੇ ਡਾਕਟਰ ਸਾਹਿਬ ਹੋਰਾਂ ਨੇ ਪਨੀਰ ਰੱਖਿਆ ਹੋਇਆ ਹੈ, ਤੇ ਪਨੀਰ ਦੇ ਨਾਲ ਦੁੱਧ ਹੈ ਔਰ ਇੱਕ ਤੇਲ ਹੈ, ਬੜਾ ਅਲੱਗ ਕਿਸਮ ਦਾ ਤੇਲ। ਇਸ ਬਾਬਤ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਵੇਂ ਨੁਸਖੇ ਜ਼ਰੀਏ ਜਿਹੜੇ ਡਾਕਟਰ ਸਾਹਿਬ ਹੈਗੇ ਨੇ ਬਹੁਤ ਲੋਕਾਂ ਨੂੰ ਕੈਂਸਰ ਹੋਣ ਤੋਂ ਵੀ ਬਚਾਉਂਦੇ ਨੇ ਤੇ ਉਹਨਾਂ ਦਾ ਕੇਅਰ ਵੀ ਕਰਦੇ ਨੇ। ਡਾਕਟਰ ਸਾਹਿਬ, ਇੱਕ ਹੋਰ ਬੜਾ ਅਹਿਮ ਸਵਾਲ ਮੇਰੇ ਮਨ ਦੇ ਵਿੱਚ ਜਿਹੜਾ ਇਸ ਵੇਲੇ ਆ ਰਿਹਾ ਹੈ, ਤੁਸੀਂ ਕਹਿ ਰਹੇ ਹੋ ਕਿ ਪੇਨਲੈਸ ਅਲਵਿਦਾ ਹੋ ਸਕਦਾ ਜਿਹੜਾ ਪੇਸ਼ੈਂਟ ਹੈਗਾ, ਦਿੱਕਤ ਪਰੇਸ਼ਾਨੀਆਂ ਦੇ ਵਿੱਚੋਂ ਲੰਘਦਾ ਹੋਇਆ, ਜਿਹੜਾ ਆਖਰੀ ਸਟੇਜ ਦੇ ਵਿੱਚ ਚਲਿਆ ਜਾਂਦਾ ਹੈ, ਤੇ ਬਚਦਾ ਵੀ ਹੈ ਕੋਈ? ਦੇਖੋ, ਕੈਂਸਰ ਦੇ ਪੇਸ਼ੈਂਟ ਦਾ, ਕੈਂਸਰ ਕੀ ਕਿਸੇ ਵੀ ਪੇਸ਼ੈਂਟ ਦਾ ਕੋਈ ਜ਼ਿੰਦਗੀ ਦੀ ਕੋਈ ਗਰੰਟੀ ਨਹੀਂ ਹੁੰਦੀ। ਅਗਰ ਕਈ ਪੇਸ਼ੈਂਟ ਕਹਿੰਦੇ ਵੀ ਡਾਕਟਰ ਸਾਹਿਬ ਗਰੰਟੀ ਹੈਗੀ ਹੈ, ਈਵਨ ਵੱਡੇ ਹਸਪਤਾਲਾਂ ਜਾਂਦੇ ਲੱਖਾਂ ਰੁਪਏ ਲਾਉਣ ਦੇ ਨਾਲ। ਪਰ ਇਹ ਹੈ ਵੀ ਸਾਡੇ ਕੋਲ ਜਿਹੜਾ ਪੇਸ਼ੈਂਟ ਹੈਗਾ, ਉਹਦੇ ਵਿੱਚ ਅਸੀਂ ਪੇਸ਼ੈਂਟ ਨੂੰ ਇੰਨਾ ਕਹਿੰਦੇ ਵੀ ਭਾਈ ਜੇ ਤੂੰ ਜਾਣਾ ਨਾ ਤਾਂ ਇੱਕ ਤੇਰੀ ਕੋਈ ਦਰਦਨਾਕ ਨਹੀਂ ਮੌਤ ਹੋਏਗੀ, ਬਾਕੀ ਤਾਂ ਪ੍ਰਮਾਤਮਾ ਦੇ ਹੱਥ ਲਿਖਿਆ ਹੈ। ਪੇਸ਼ੈਂਟ ਖਾਣਾ ਪੀਣਾ ਸਾਡੇ ਕੋਲ ਆ ਕੇ ਸ਼ੁਰੂ ਕਰ ਦਿੰਦਾ, ਜਿਨ੍ਹਾਂ ਨੇ ਕਾਫੀ ਦੇਰ ਤੋਂ ਖਾਣਾ ਬੰਦ ਹੋਇਆ ਹੈਗਾ। ਇਟਸ ਸੈਲਫ ਹੀ ਆਹ ਦੇਖੋ, ਅਗਰ ਜਿਹੜਾ ਬੰਦਾ 100 ਗ੍ਰਾਮ ਰੋਜ਼, ਦੇਖੋ ਆਹ ਚੀਜ਼ਾਂ ਹੈਗੀਆਂ। ਇਹ ਕੀ ਚੀਜ਼ ਹੈ ਜੀ? ਹਾਂ, ਇਹ ਇੱਕ ਜੀ, ਇਹ ਸਾਇੰਟੀਫਿਕਲੀ ਪ੍ਰੂਵਨ, ਜਰਮਨ ਦੀ ਸਾਇੰਸ ਦੇ ਵਿੱਚੋਂ ਇਹ ਚੀਜ਼ ਅਸੀਂ ਲਈ ਹੈਗੀ ਹੈ। ਜਿਹੜਾ ਅਲਸੀ ਦਾ ਤੇਲ ਹੈਗਾ, ਫਲੈਕਸ ਸੀਡ ਆਇਲ। ਕਾਹਦਾ ਤੇਲ ਜੀ? ਅਲਸੀ ਦਾ। ਇਹ ਠੰਡੀ ਵਿਧੀ ਨਾਲ ਕੱਢਿਆ ਹੁੰਦਾ ਜੀ। ਇਹਨੂੰ ਕਹਿੰਦੇ ਕੱਚੀ ਕਹਾਣੀ ਦਾ ਠੰਡੀ ਵਿਧੀ ਨਾਲ ਕੱਢਿਆ ਤੇਲ।
ਇਹ ਮੈਂ ਮਹਾਰਾਸ਼ਟਰ ਤੋਂ ਆਪਣਾ ਮੰਗਵਾਉਣਾ ਹੈਗਾ ਜੀ ਤੇਲ। ਇਹਦੇ ਨਾਲ ਕੀ ਹੈਗਾ ਵੀ ਜਦੋਂ ਫਲੈਕਸੀਡ ਆਇਲ ਯਾਨੀ ਇਹ 'ਚ ਓਮੇਗਾ 3 ਹੁੰਦਾ ਹੈਗਾ, ਉਹਦੇ ਨਾਲ ਸਲਫਰ ਯੁਕਤ ਪ੍ਰੋਟੀਨ ਜਿਹੜਾ ਕਿ ਪਨੀਰ, ਗਾਂ ਦੇ ਪਨੀਰ ਜਾਂ ਬੱਕਰੀ ਦੇ ਪਨੀਰ, ਦੁੱਧ ਦੇ ਪਨੀਰ ਦੇ ਨਾਲ ਇਹ ਜਦੋਂ ਮਿਕਸ ਹੋ ਕੇ ਆਪਣਾ ਸਾਡੀ ਬਾਡੀ ਦੇ ਵਿੱਚ ਜਾਂਦਾ ਹੈਗਾ ਤੇ ਉਹ ਕੈਂਸਰ ਸੈੱਲ ਨੂੰ, ਜਿਹੜੇ ਕੈਂਸਰ ਸਾਡੇ ਸੈੱਲ ਵਿਗੜ ਚੁੱਕੇ ਨੇ, ਉਹਨਾਂ ਨੂੰ ਦੁਬਾਰਾ ਆਕਸੀਜਨ ਲੈਣ ਲਈ ਮਜਬੂਰ ਕਰਦੇ ਹੈਗੇ ਆ। ਤੇ ਜਦੋਂ ਸੈੱਲ ਆਕਸੀਜਨ ਲੈਣਾ ਸ਼ੁਰੂ, ਧੱਕੇ ਨਾਲ ਸੈੱਲਾਂ ਨੂੰ ਸਿਲੰਡਰ ਫੜਾਉਂਦੇ ਨੇ ਆਕਸੀਜਨ ਨਾਲ। ਹਾਂਜੀ ਹਾਂਜੀ ਬਿਲਕੁਲ ਜੀ, ਜਿਹੜੇ ਕਿ ਇੱਕ ਰਸਤੇ ਤੋਂ ਵਿਗੜ ਚੁੱਕੇ ਆ, ਫਰਮੈਂਟੇਸ਼ਨ ਨਾਲ ਆਪਣੇ ਆਪ ਨੂੰ ਜਿੰਦਾ ਰੱਖ ਰਹੇ ਨੇ। ਦੇਖੋ ਕੈਂਸਰ ਸੈੱਲ ਹੈ ਜਿਹੜਾ, ਉਹ ਇੱਕ ਤਰ੍ਹਾਂ ਦਾ ਭੂਤ ਹੁੰਦਾ, ਆਮ ਸੈੱਲ ਨਾਲੋਂ 28 ਗੁਣਾ ਉਹਦੀ ਡਾਈਟ ਜ਼ਿਆਦਾ ਹੁੰਦੀ ਹੈਗੀ ਆ, 28 ਗੁਣਾ ਜ਼ਿਆਦਾ ਉਹਦਾ ਕੰਮ ਆ, ਅੱਗੇ ਤੋਂ ਅੱਗੇ ਤੁਰੀ ਜਾਣਾ, ਖਾਈ ਜਾਣਾ, ਬਾਡੀ ਨੂੰ ਅੱਗੇ ਤੋਂ ਅੱਗੇ ਖਾਲੀ ਕਰੀ ਜਾਣਾ ਹੈਗਾ। ਪਰ ਇਹ ਜਿਹੜੀ ਇਹ ਨੁਸਖਾ ਹੈਗਾ, ਇਹ ਕੈਂਸਰ ਦੇ ਸੈੱਲ ਨੂੰ ਆਕਸੀਜਨ ਲੈਣ ਲਈ ਮਜਬੂਰ ਕਰਦੇ ਆ। ਜਦੋਂ ਉਹ ਆਕਸੀਜਨ ਲੈਣੀ ਸ਼ੁਰੂ ਕਰ ਦਿੰਦਾ ਹੈਗਾ ਤੇ ਉਹ ਆਪਣੇ ਇੱਕ ਨਾਰਮਲ ਸੈੱਲ 'ਚ ਕਨਵਰਟ ਹੋਣਾ ਸ਼ੁਰੂ ਹੋ ਜਾਂਦਾ। ਟਿਊਮਰ ਦਾ, ਕੈਂਸਰ ਦਾ ਸਾਈਜ਼ ਘਟਣਾ ਸ਼ੁਰੂ ਹੋ ਜਾਂਦਾ ਤੇ ਡੇ ਬਾਈ ਡੇ ਪੇਸ਼ੈਂਟ ਦੀ ਵਾਪਸੀ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਤੇ ਫਿਰ ਇਹ ਨੁਸਖਾ ਕੀ ਹੈ ਜੀ, ਕਿਸ ਤਰੀਕੇ ਨਾਲ ਇਹਨੂੰ ਬਣਾਉਣਾ ਹੈ ਔਰ ਕਿਵੇਂ ਇਹਦਾ ਇਸਤੇਮਾਲ ਕਰਨਾ, ਸਾਨੂੰ ਦੱਸੋਗੇ? ਬੜਾ ਬਿਹਤਰੀਨ ਨੁਸਖਾ ਤੁਸੀਂ ਦੱਸ ਰਹੇ ਹੋ ਕਿ ਜਾਨਾਂ ਬਚਾਉਣ ਵਾਲਾ। ਹਾਂਜੀ ਦੇਖੋ, ਇਹ ਜਿਹੜਾ ਫਲੈਕਸੀਡ ਆਇਲ ਹੈ, ਇਹਨੂੰ ਅਗਰ ਅਸੀਂ ਬਿਨਾਂ ਕਿਸੇ ਚੀਜ਼ ਤੋਂ ਸਿੱਧਾ ਪੀਂਦੇ ਹੈਗੇ ਆ ਤੇ ਇਹ ਸਾਡੇ ਬਲੱਡ ਦੇ ਵਿੱਚ ਮਿਲਦਾ ਨਹੀਂ ਹੈ, ਘੁਲਦਾ ਨਹੀਂ ਹੈਗਾ, ਇਹ ਉਸ ਤਰ੍ਹਾਂ ਹੀ ਸਾਡੇ ਸਰੀਰ ਚੋਂ ਬਾਹਰ ਨਿਕਲ ਜਾਂਦਾ। ਫਿਰ ਅਸੀਂ ਤੜਕਾ ਲਾ ਲੈਂਦੇ ਜੀ, ਕੋਈ ਨਹੀਂ ਇਹਨੂੰ। ਜਦੋਂ ਇਹਨੇ ਗਰਮ ਹੋ ਗਿਆ, 45 ਡਿਗਰੀ ਤੋਂ ਟੈਂਪਰੇਚਰ ਇਹਦਾ ਵੱਧ ਗਿਆ ਤਾਂ ਇਹਦੀ ਮੈਡੀਸਿਨਲ ਵੈਲਿਊ ਖਤਮ ਹੋ ਜਾਂਦੀ ਹੈਗੀ ਆ। ਮਤਲਬ ਕਿਸੇ ਦਾਲ ਸਬਜ਼ੀ ਵਿੱਚ ਨਹੀਂ ਪਾ ਕੇ ਖਾ ਸਕਦੇ? ਨਹੀਂ ਖਾ ਸਕਦੇ ਇਹਨੂੰ। ਸਿਰਫ ਦੇਖੋ ਸਲਫਰ ਯੁਕਤ ਪ੍ਰੋਟੀਨ ਜਿਹੜਾ ਹੈਗਾ, ਇਹ ਪਨੀਰ ਦੇ ਵਿੱਚ ਹੁੰਦਾ ਹੈਗਾ। ਜਦੋਂ ਅਸੀਂ ਇਹਦੇ ਵਿੱਚ ਬਲੈਂਡ ਕਰਦੇ ਹੈਗੇ ਆ, ਜਦੋਂ ਇਹਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਾਂਦਾ ਹੈ, ਉਸ ਤੋਂ ਬਾਅਦ ਇਹ ਬਾਡੀ ਦੇ ਵਿੱਚ ਘੁਲਣਸ਼ੀਲ ਹੋ ਜਾਂਦਾ, ਬਲੱਡ ਦੇ ਵਿੱਚ ਘੁਲਣਸ਼ੀਲ ਹੋ ਜਾਂਦਾ ਹੈ। ਜਦੋਂ ਘੁਲਣਸ਼ੀਲ ਹੋ ਗਿਆ ਫਿਰ ਸਿੱਧਾ ਸੈੱਲ ਦੇ ਉੱਤੇ ਜਾ ਕੇ ਸੈੱਲ ਨੂੰ ਪ੍ਰਵੋਕ ਕਰਦਾ ਹੈ ਵੀ ਤੂੰ ਭਾਈ ਆਪਣਾ ਕੰਮ ਕਰ, ਆਕਸੀਜਨ ਲੈਣੀ ਸ਼ੁਰੂ ਕਰ। ਤੇ ਡਾਕਟਰ ਸਾਹਿਬ, ਜਿਨ੍ਹਾਂ ਨੂੰ, ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ, ਤੇ ਜਿਨ੍ਹਾਂ ਦੇ ਖਾਨਦਾਨ ਦੇ ਵਿੱਚ, ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੈਂਸਰ ਨਾਲ ਡੈਥ ਹੋਈ ਹੈ, ਉਹਨਾਂ ਨੂੰ ਬੜਾ ਡਰ ਲੱਗਿਆ ਰਹਿੰਦਾ ਕਿਤੇ ਸਾਨੂੰ ਨਾ ਹੋ ਜੇ ਕੈਂਸਰ, ਸਾਨੂੰ ਡਿਟੈਕਸ਼ਨ ਨਾ ਹੋ ਜੇ, ਸਾਨੂੰ ਡਿਟੈਕਟ ਨਾ ਹੋ ਜੇ, ਤੇ ਉਹਨਾਂ ਦਾ ਬਚਾਅ ਕਰੇਗਾ ਇਹ ਤੁਹਾਡਾ ਨੁਸਖਾ? ਇਹ ਨੁਸਖਾ ਕਰੇਗਾ। ਇਹਦੇ ਨਾਲ ਸਾਡੇ, ਅਸੀਂ ਇੱਕ ਜਰਮਨ ਦੀਆਂ ਮੈਡੀਸਨ ਦਿੰਨੇ ਹੈਗੇ ਆ, ਸਪੈਜਰਿਕ ਮੈਡੀਸਨ ਜਿਨ੍ਹਾਂ ਨੂੰ ਕਹਿੰਦੇ ਹੈਗੇ ਆ। ਅਗਰ ਕੋਈ ਕੈਂਸਰ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਹੈਗਾ ਤੇ ਅਸੀਂ ਉਹਨੂੰ ਲਿਖ ਕੇ ਵੀ ਦੇਣ ਨੂੰ ਤਿਆਰ ਹਾਂ ਵੀ ਭਾਈ ਤੈਨੂੰ ਕੈਂਸਰ ਨਹੀਂ ਕਦੇ ਹੋਏਗਾ, ਤੂੰ ਸਾਡੇ ਹਿਸਾਬ ਨਾਲ ਅਗਰ ਚੱਲੇਗਾ। ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਬਿਲਕੁਲ। ਦੇਖੋ ਜਿਹੜਾ ਬੰਦਾ, ਦੇਖੋ ਸੈੱਲ ਉਦੋਂ ਹੀ ਸਾਡੇ ਨੇ ਖਰਾਬ ਹੋਣਾ ਜਦੋਂ ਸਾਡੀ ਖਾਣ ਪੀਣ, ਦਿਨਚਰਿਆ ਗਲਤ ਹੋ ਜਾਂਦੀ ਹੈਗੀ ਹੈ, ਠੀਕ ਹੈ ਨਾ। ਇਹ ਚੀਜ਼ ਤੇ ਪ੍ਰੀਕਾਸ਼ਨ ਕਰੇ। ਜ਼ਿਆਦਾ ਨਹੀਂ ਮੈਂ ਕਹਿੰਦਾ, ਸਾਲ ਦੇ ਵਿੱਚ 2 ਮਹੀਨੇ ਇਹ ਚੀਜ਼ਾਂ ਦਾ ਯੂਜ਼ ਕਰਨਾ ਸ਼ੁਰੂ ਕਰ ਦਿਓ, ਤੁਹਾਡਾ ਸਰੀਰ ਕੈਂਸਰ ਰਹਿਤ ਰਹੇਗਾ ਜੀ। ਤੇ ਫਿਰ ਇਹ ਨੁਸਖਾ ਸਾਨੂੰ ਦੱਸੋ ਜੀ, ਹੁਣ ਨੁਸਖਾ ਬਣਦਾ ਕਿਵੇਂ ਹੈ ਜੀ? ਹਾਂਜੀ, ਇਹਦੇ ਲਈ ਦੇਖੋ 100 ਗ੍ਰਾਮ ਪਨੀਰ ਲੈਣਾ ਹੈਗਾ। ਇਹ ਬੱਕਰੀ ਤੇ ਜਾਂ ਗਾਂ ਦੇ ਦੁੱਧ ਦਾ ਪਨੀਰ ਹੈਗਾ, ਠੀਕ ਹੈ ਨਾ। ਨਹੀਂ, ਬੱਕਰੀ ਦੇ ਦੁੱਧ ਦਾ ਕਿਉਂ ਜੀ ਪਨੀਰ ਅਸੀਂ ਇਸਤੇਮਾਲ ਕਰਨਾ ਹੈ? ਹੋਰ ਕਿਸੇ ਚੀਜ਼ ਦਾ ਨਹੀਂ? ਅਸੀਂ, ਸਾਡੇ ਕੋਲ ਤਾਂ ਸੋਇਆਬੀਨ ਦਾ ਵੀ ਪਨੀਰ ਹੈਗਾ, ਹੋਰ ਤਰ੍ਹਾਂ ਦੇ ਪਨੀਰ ਹੈਗੇ, ਬੱਕਰੀ ਦੇ ਦੁੱਧ ਦਾ ਕਿਉਂ ਕਹਿ ਰਹੇ ਹੋ ਤੁਸੀਂ? ਨਹੀਂ, ਇਹ ਲੋ ਫੈਟ ਪ੍ਰੋਟੀਨ ਹੁੰਦਾ ਹੈਗਾ, ਸਾਨੂੰ ਲੋ ਫੈਟ ਪ੍ਰੋਟੀਨ ਚਾਹੀਦਾ ਹੁੰਦਾ। ਨਾਲੇ ਸੈਕੰਡਲੀ ਜਿਹੜੀ ਬੱਕਰੀ ਹੈਗੀ ਆ, ਉਹ ਹੋਰ ਵੀ ਜਿੱਦਾਂ ਜੰਗਲਾਂ ਦੇ ਵਿੱਚ ਜਾਂ ਹੋਰ ਜੜੀ ਬੂਟੀਆਂ ਖਾਂਦੀ ਹੈਗੀ, ਜਿਹਦੇ ਨਾਲ ਸਾਨੂੰ ਬੈਨੀਫਿਟ ਮਿਲਦਾ ਹੈ। ਜਿਹੜਾ ਮੱਝ ਦੇ ਦੁੱਧ ਦਾ ਪਨੀਰ ਹੈ ਉਹ ਜ਼ਿਆਦਾ ਹਾਈ ਫੈਟ ਪ੍ਰੋਟੀਨ ਹੁੰਦਾ ਹੈਗਾ, ਗਾਂ ਦਾ ਦੁੱਧ ਵੀ ਲੋ ਫੈਟ ਪ੍ਰੋਟੀਨ ਹੁੰਦਾ ਹੈਗਾ। ਜਦੋਂ ਲੋ ਫੈਟ ਪ੍ਰੋਟੀਨ, ਦੇਖੋ 100 ਗ੍ਰਾਮ ਅਸੀਂ ਇਹਨੂੰ ਕ੍ਰਸ਼ ਕਰਕੇ ਇਹਦੇ 'ਚ ਪਾ ਲੈਣਾ ਹੈਗਾ, ਠੀਕ ਹੈ। ਇਹਦੇ ਵਿੱਚ 30 ml, ਆ ਦੇਖੋ ਮੇਜਰਮੈਂਟ ਕੈਪ ਹੈਗੀ ਮੇਰੇ ਕੋਲ। ਕਿੰਨੇ ml ਹੈ ਜੀ? ਇਹ 30 ml ਜੀ, 30 ml 30 ml ਇਹਦੇ ਵਿੱਚ ਪਾ ਲੈਣਾ ਹੈਗਾ, ਠੀਕ ਹੈ। ਉਸ ਤੋਂ ਬਾਅਦ ਇਹਨੂੰ ਅੱਛੀ ਤਰ੍ਹਾਂ ਬਲੈਂਡ ਕਰ ਲੈਣਾ ਹੈ ਤਾਂ ਕਿ ਤੇਲ ਨਜ਼ਰ ਨਹੀਂ ਆਉਣਾ ਚਾਹੀਦਾ, ਠੀਕ ਹੈ। ਇਹਦੇ ਲਈ ਮੈਂ ਬਲੈਂਡਰ, ਤੁਸੀਂ ਰੱਖਿਆ ਵੀ ਹੋਇਆ ਬਲੈਂਡਰ, ਨਾਲ ਦੱਸਦੇ ਵੀ ਫਿਰ ਕਰਕੇ ਜੀ ਪ੍ਰੈਕਟੀਕਲ? ਬਿਲਕੁਲ ਜੀ, ਬਿਲਕੁਲ। ਸੋ ਦੇਖੋ ਤੁਸੀਂ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਤੇਲ ਹੈਗਾ ਔਰ ਪਨੀਰ ਨੂੰ, ਜਿਹੜਾ ਬੱਕਰੀ ਦੇ ਦੁੱਧ ਦੇ ਪਨੀਰ ਨੂੰ ਜਿਹੜਾ ਇੱਥੇ ਉਹ ਬਲੈਂਡ ਕਰਕੇ, ਮਿਕਸ ਕਰਕੇ ਡਾਕਟਰ ਸਾਹਿਬ ਜਿਹੜਾ ਨੁਸਖਾ ਹੈ ਉਹ ਬਣਾ ਰਹੇ ਨੇ। ਪਨੀਰ ਤਾਂ ਵੈਸੇ ਵੀ ਬੜੀ ਤਾਕਤ ਹੁੰਦੀ ਹੈ। ਬਿਲਕੁਲ ਜੀ, ਜਦੋਂ ਇਹਦੇ ਵਿੱਚ ਫਲੈਕਸੀਡ ਮਿਲ ਜਾਣਾ, ਉਸ ਤੋਂ ਬਾਅਦ ਇੱਕ ਬਹੁਤ ਵਧੀਆ ਦਵਾਈ ਬਣ ਜਾਂਦੀ ਹੈ। ਖਾਸ ਕਰ ਜਿਹੜੇ ਪੇਸ਼ੈਂਟ ਕੁਝ ਖਾ ਨਹੀਂ ਪਾਉਂਦੇ ਹੈਗੇ,
ਅਗਰ ਉਹ ਡੇਲੀ ਦਾ 100 ਗ੍ਰਾਮ ਪਨੀਰ ਹੀ ਉਹਨਾਂ ਦੇ ਅੰਦਰ ਜਾਂਦਾ ਹੈਗਾ ਤਾਂ ਵੀ ਉਹਨਾਂ ਦੀ એનર્ਜੀ ਲੈਵਲ ਬਹੁਤ ਵਧੀਆ ਵੱਧਦਾ ਹੈਗਾ। ਇਸ ਨੁਸਖੇ ਨਾਲ ਖਾਣ ਪੀਣ ਲੱਗ ਜੂਗਾ ਜੀ ਜਿਹੜਾ ਪੇਸ਼ੈਂਟ ਹੈ? ਇਹਦੇ ਨਾਲ ਅਗਰ ਦੇਖੋ ਥੋੜਾ ਅਗਰ ਗਾੜਾ ਹੈ ਤਾਂ ਇਹਦੇ 'ਚ ਥੋੜਾ ਦੁੱਧ ਵੀ ਅਸੀਂ ਐਡ ਕਰ ਸਕਦੇ ਹਾਂ ਤਾਂ ਕਿ ਇੱਕ ਅੱਛੀ ਪੇਸਟ ਬਣ ਜਾਵੇ। ਠੀਕ ਹੈ। ਤੇ ਦੁੱਧ ਕਿਹੜਾ ਯੂਜ਼ ਕਰਨਾ ਹੈ ਜੀ? ਇਹ ਵੀ ਬੱਕਰੀ ਦਾ ਜੀ? ਗਾਂ ਜਾਂ ਬੱਕਰੀ ਦਾ ਦੁੱਧ ਲੈ ਲਓ। ਜੀ। ਸੋ ਦੇਖੋ ਤੁਸੀਂ ਫਾਰਮੂਲਾ ਨੁਸਖਾ ਹੈ ਜਿਹੜਾ ਉਹ ਇੱਕਦਮ ਬਣ ਕੇ ਲਗਭਗ ਤਿਆਰ ਹੋ ਚੁੱਕਿਆ। ਹੁਣ ਅਸੀਂ ਪੁੱਛਾਂਗੇ ਡਾਕਟਰ ਸਾਹਿਬ ਫਿਰ ਇਹ ਇਸਤੇਮਾਲ ਕਿਵੇਂ ਕਰਨਾ ਹੈ, ਕਦੋਂ ਇਸਤੇਮਾਲ ਕਰਨਾ ਹੈ, ਕਿਵੇਂ ਇਸਤੇਮਾਲ ਕਰਨਾ ਹੈ, ਕਿਹੜੇ ਕਿਹੜੇ ਲੋਕ ਨੇ ਜਿਹੜੇ ਇਹ ਫਾਰਮੂਲਾ ਨੁਸਖਾ ਇਸਤੇਮਾਲ ਕਰ ਸਕਦੇ ਨੇ? ਜੀ ਆਹ ਦੇਖੋ ਜੀ, ਇਹਨੂੰ ਅਸੀਂ ਕੱਢ ਕੇ ਇੱਕ ਕੋਲੀ ਦੇ ਵਿੱਚ ਪਾ ਲੈਣਾ ਹੈਗਾ। ਆਹ ਦੇਖੋ ਇਹ ਬਿਲਕੁਲ ਅਲਸੀ ਦਾ ਤੇਲ ਇਹਦੇ ਵਿੱਚ ਡਿਜ਼ੋਲਵ ਹੋ ਚੁੱਕਿਆ ਹੈਗਾ। ਪਤਾ ਵੀ ਨਹੀਂ ਲੱਗ ਰਿਹਾ ਵੀ ਤੇਲ ਪਾਇਆ ਹੋਇਆ ਹੈ ਨਹੀਂ ਪਾਇਆ। ਹਾਂਜੀ। ਇਹਨੂੰ ਇਸ ਤੋਂ ਬਾਅਦ ਇਹਦੇ ਉੱਤੇ ਕੱਟ ਕੇ ਸਟ੍ਰਾਬੇਰੀ ਪਾ ਲਓ, ਚਾਹੇ ਥੋੜੇ ਬਦਾਮ ਪਾ ਲਓ, ਚਾਹੇ ਕਿਸ਼ਮਿਸ਼ ਪਾ ਕੇ ਇਹਨੂੰ ਅਸੀਂ ਡੇਲੀ ਖਾਣਾ ਸ਼ੁਰੂ ਕਰੋ। ਇਹ ਕਿੰਨਾ ਲੈਣਾ ਜੀ ਡੇਲੀ? ਇਹ 100 ਗ੍ਰਾਮ ਡੇਲੀ 100 ਗ੍ਰਾਮ 100 ਗ੍ਰਾਮ ਪਨੀਰ ਤੇ 30 ml ਫਲੈਕਸ ਸੀਡ ਆਇਲ। ਆਹ ਦੇਖੋ ਜੀ, ਇੱਕ ਬਹੁਤ ਵਧੀਆ ਪੇਸਟ ਬਣ ਗਈ। ਮੈਂ ਤੁਹਾਨੂੰ ਖਾ ਕੇ ਦਿਖਾ ਦਿੰਦਾ। ਇਟਸ ਏ ਮੈਡੀਸਿਨ, ਨਾਲ ਇੱਕ ਡਾਈਟ ਹੈ ਬਹੁਤ ਵਧੀਆ। ਬਹੁਤ ਅੱਛਾ ਟੇਸਟ ਹੈ ਇਹਦਾ। ਇਹਨੂੰ ਹੋਰ ਤੁਸੀਂ ਟੇਸਟ ਬਣਾਉਣਾ ਚਾਹੁੰਦੇ ਆ, ਥੋੜੇ ਬਦਾਮ ਇਹਦੇ ਵਿੱਚ ਪਾ ਸਕਦੇ ਹੋ, ਥੋੜੇ 'ਚ ਕਿਸ਼ਮਿਸ਼ ਪਾ ਸਕਦੇ ਹੋ, ਜਾਂ ਕੋਈ ਫਰੂਟ ਜਿੱਦਾਂ ਸਟ੍ਰਾਬੇਰੀ ਵਗੈਰਾ ਕੱਟ ਕੇ ਤੇ ਪਾ ਕੇ 100 ਗ੍ਰਾਮ ਇਹ ਰੋਜ਼ ਦਾ ਖਾਓ। ਇਹ ਤੁਹਾਡੇ ਕੈਂਸਰ ਸੈੱਲ ਨੂੰ ਪ੍ਰਵੋਕ ਕਰਦਾ ਵੀ ਤੂੰ ਆਕਸੀਜਨ ਇਨਟੇਕ ਕਰ। ਠੀਕ ਹੈ ਨਾ? ਉਹਦੇ ਨਾਲ ਕਾਫੀ ਅੱਛੀ ਤਰ੍ਹਾਂ ਢੰਗ ਨਾਲ ਵਾਪਸੀ। ਉਹਦੇ ਨਾਲ ਅਸੀਂ ਕੁਝ ਦਵਾਈਆਂ ਵੀ ਦਿੰਦੇ ਹੈਗੇ ਆ। ਆਹ ਦੇਖੋ, ਜਿਵੇਂ ਕਿ ਜੀ ਤੁਸੀਂ ਇੱਕ ਬੇਰੀਜ਼ ਦੀ ਗੱਲ ਕਰ ਰਹੇ ਸੀ, ਵੰਡਰ ਬੇਰੀਜ਼ ਦੀ। ਹਾਂ, ਉਹ ਕੀ ਚੀਜ਼ ਹੈ ਜੀ? ਸਾਡੇ ਕੋਲ ਇੱਕ 9 ਤਰ੍ਹਾਂ, ਇਹ 'ਚ 16 ਤਰ੍ਹਾਂ ਦੀਆਂ ਬੇਰੀਜ਼ ਹੁੰਦੀਆਂ ਜੀ। ਇਹਦਾ ਨਾਮ ਵੰਡਰ ਬੇਰੀਜ਼ ਹੈ ਜੀ। ਇਹ 'ਚ 16 ਤਰ੍ਹਾਂ ਦੀਆਂ ਬੇਰੀਜ਼ ਜਿਹੜੀਆਂ ਕਿ ਕੈਂਸਰ ਨੂੰ ਬਹੁਤ ਅੱਛਾ ਇਫੈਕਟ ਕਰਦੀਆਂ। ਵੱਡੀ ਗੱਲ ਹੈ, ਇਹ 16 ਬੇਰੀਆਂ ਇੱਕ ਜਗ੍ਹਾ ਤੇ ਨਹੀਂ ਮਿਲਦੀਆਂ। ਇਹ ਵਰਲਡ ਦੇ ਅਲੱਗ-ਅਲੱਗ ਕੋਨੇ ਤੋਂ ਇਕੱਠੀਆਂ ਕੀਤੀਆਂ ਗਈਆਂ ਹੈ। ਇਹ ਕੈਂਸਰ ਨੂੰ 30 ml ਲਓ, 30 ml ਹੈ, ਉਹਦੇ ਨਾਲ ਹੀ ਬਾਡੀ ਦੇ ਵਿੱਚ એનર્ਜੀ ਬਹੁਤ ਵਧੀਆ ਆਉਂਦੀ ਤੇ ਕੈਂਸਰ ਦੇ ਸੈੱਲਾਂ ਨੂੰ ਵਾਪਸੀ ਰਿਵਰਸ ਕਰਦੀ ਹੈਗੀ ਹੈ। ਬਜਾਏ ਆਪਾਂ ਆਪਣੇ ਬੱਚੇ, ਸਾਡੇ ਸੈੱਲ ਵੀ ਸਾਡੇ ਬੱਚੇ ਹੀ ਹੈਗੇ ਆ, ਉਹਨਾਂ 'ਤੇ ਅਸੀਂ ਇੱਕ ਤਿੱਖਾ ਪ੍ਰਹਾਰ ਕਰੀਏ, ਉਹਨਾਂ 'ਤੇ ਬਿਜਲੀਆਂ ਦਾ ਪ੍ਰਹਾਰ ਕਰੀਏ, ਉਹਦੇ ਨਾਲ ਇਹ ਵਿਧੀ ਦੇ ਨਾਲ ਬਹੁਤ ਵਧੀਆ ਵਾਪਸੀ ਹੁੰਦੀ ਹੈਗੀ ਹੈ। ਤੇ ਕੁਝ ਹੋਰ ਨਾਲ ਅਸੀਂ ਸਾਡੇ ਕੋਲ ਮੈਡੀਸਨ ਜੇਕਰ ਡਾਕਟਰ ਸਾਹਿਬ ਤੁਹਾਡੇ ਕੋਲ ਬਿਜਲੀਆਂ ਲਵਾਉਣ ਤੋਂ ਪਹਿਲਾਂ, ਜਿਹਨੂੰ ਕੀਮੋਥੈਰੇਪੀ ਅਸੀਂ ਕਹਿ ਦਿੰਦੇ ਆ, ਜਾਂ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਵਾਲੀ ਸਟੇਜ 'ਚ ਤੁਹਾਡੇ ਕੋਲ ਕੋਈ ਸ਼ਖਸ ਇੱਥੇ ਬੰਦਾ ਪਹੁੰਚੇ, ਕੀ ਫਾਇਦਾ ਹੋਏਗਾ ਜਾਂ ਇਹਦਾ ਉਹਨੂੰ ਫਾਇਦਾ ਹੋਏਗਾ? ਦੇਖੋ, ਜਿਹੜਾ ਸਾਡੇ ਕੋਲ ਇਨੀਸ਼ੀਅਲ ਸਟੇਜ ਦੇ ਵਿੱਚ ਕੋਈ ਮਾਡਰਨ ਸਾਇੰਸ ਦੀਆਂ ਜ਼ਿਆਦਾ ਕੋਈ ਥੈਰੇਪੀਆਂ ਨਾ ਲਈਆਂ ਹੋਣ, ਉਹ ਸਾਡੇ ਕੋਲ ਆਂਦਾ, ਉਹਦੇ ਸਾਨੂੰ ਬਹੁਤ ਵਧੀਆ ਰਿਜ਼ਲਟ। ਸਾਡੇ ਕੋਲ 10-10 ਸਾਲ ਪੇਸ਼ੈਂਟ ਹੋ ਗਏ ਨੇ ਜਿਹੜੇ ਬਹੁਤ ਵਧੀਆ ਜ਼ਿੰਦਗੀ ਕੱਟ ਰਹੇ, ਆਪਣੇ ਕੰਮਕਾਰ ਕਰ ਰਹੇ ਆ। ਉਹਨਾਂ ਨੂੰ ਪਤਾ ਹੀ ਨਹੀਂ, ਇੱਧਰ ਧਿਆਨ ਹੀ ਉਹਨਾਂ ਨੇ ਛੱਡਤਾ ਹੋਇਆ ਵੀ ਸਾਨੂੰ ਕੈਂਸਰ ਹੁੰਦਾ ਸੀ। ਠੀਕ ਹੈ ਨਾ? ਉਹਦੇ ਬਾਵਜੂਦ ਅਸੀਂ ਤਾਂ ਪੇਸ਼ੈਂਟ ਨੂੰ ਇਹ ਕਹਿੰਦੇ ਹੈਗੇ ਆ ਵੀ ਅਗਰ ਤੁਸੀਂ ਆਲਰੇਡੀ ਦਵਾਈ ਕੁਝ ਲੈ ਰਹੇ ਹੋ ਥੈਰੇਪੀ, ਫਿਰ ਵੀ ਨਾਲ ਤੁਸੀਂ ਇਹਨੂੰ ਸ਼ੁਰੂ ਕਰ ਦਿਓ। ਸਾਡੇ ਕੋਲ ਜਿਹੜੀ ਮਤਲਬ ਮਾਡਰਨ ਮੈਡੀਕਲ ਸਾਇੰਸ ਹੈ ਜਿਹੜੀ, ਇਹਦੀ ਕੋਈ ਦਵਾਈ ਹੈ, ਅਗਰ ਜੋ ਨਹੀਂ ਛੱਡਣਾ ਚਾਹੁੰਦਾ, ਜੇਕਰ ਉਹ ਵੀ ਇਹ ਨਾਲ ਲਏਗਾ ਤਾਂ ਉਹਨੂੰ ਫਾਇਦਾ ਹੋਏਗਾ। ਉਹਨੂੰ ਡਬਲ ਫਾਇਦਾ ਹੋਏਗਾ ਜੀ। ਉਹਦੀ ਇੱਕ ਤਾਂ ਡਾਈਟ ਪੂਰੀ ਹੁੰਦੀ ਰਹੇਗੀ। ਆਮ ਤੌਰ ਤੇ ਕੀ ਹੁੰਦਾ, ਜਦੋਂ ਆਪਾਂ ਮਾਡਰਨ ਸਾਇੰਸ ਦੀਆਂ ਜਿਹੜੀਆਂ ਤੇਜ਼ ਮੈਡੀਸਿਨ ਲੈਂਦੇ ਹਾਂ, ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਦੀ ਭੁੱਖ ਖਤਮ ਹੋ ਜਾਂਦੀ ਹੈ, ਖਾਣਾ ਪੀਣਾ ਬਿਲਕੁਲ ਖਤਮ ਹੋ ਜਾਂਦਾ ਹੈ। ਜਦੋਂ ਤੁਹਾਡੀ ਬਾਡੀ એનર્ਜੈਟਿਕ ਨਹੀਂ ਰਹਿਣੀ ਹੈ, ਡੇ ਬਾਈ ਡੇ ਤੁਸੀਂ ਵੀਕ ਹੋ ਜਾਣਾ, ਇੱਕ ਟਾਈਮ ਤੋਂ ਬਾਅਦ ਤੁਸੀਂ ਬੈੱਡ ਤੇ ਆ ਜਾਣਾ ਹੈਗਾ। ਤੇ ਮੈਂ ਬਹੁਤ ਜ਼ਿਆਦਾ ਨਹੀਂ ਦੇਖੇ ਪੇਸ਼ੈਂਟ ਜਿਹੜੇ ਕਿ ਥੋੜਾ ਸਰਵਾਈਵ ਕਰਦੇ ਹੈਗੇ ਇਹਨਾਂ ਚੀਜ਼ਾਂ ਨਾਲ। ਸੋ ਕੁਛ ਨਾ ਕੁਛ ਇਹ ਚੀਜ਼ਾਂ ਨਾਲ ਦੇਣੀਆਂ ਚਾਹੀਦੀਆਂ। ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਦਵਾਈਆਂ ਉਹਨਾਂ ਦੇ ਬਹੁਤ ਮਾਰਵਲਸ ਰਿਜ਼ਲਟ ਹੈ। ਅਗਰ ਪੇਸ਼ੈਂਟ ਸਾਡੇ ਕੋਲ ਇਨੀਸ਼ੀਅਲ ਸਟੇਜ 'ਚ ਆ ਜਾਂਦਾ ਹੈ ਤੇ ਮੈਂ ਉਹਨੂੰ ਆਪਣਾ ਜਲਦੀ ਕਿਤੇ ਤਕਲੀਫ ਦੇ ਵਿੱਚ ਨਹੀਂ ਪੈਣ ਦਿੰਦਾ, ਉਹਨੂੰ ਵਾਪਸ ਖਿੱਚ, ਆਪਣਾ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨੂੰ ਕਾਫੀ ਅੱਛੇ ਰਿਜ਼ਲਟ ਮਿਲਦੇ ਹਨ।